ਦੀਆਂ ਕੋਈ ਝਗੜਾ ਹੈ, ਕਿਸੇ ਪ੍ਰਕਾਰ ਦਾ ਕੋਈ ਵੀ ਫਰਿਆਦ ਲੈ ਕੇ ਆਉਂਦਾ ਤੇ ਉਹਦਾ ਨਿਪਟਾਰਾ, ਫਰਿਆਦਾਂ ਦਾ ਨਿਪਟਾਰਾ ਗੁਰੂ ਮਹਾਰਾਜ ਜੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਕਰਦੇ ਨੇ। ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਤੇ ਸਾਧ ਸੰਗਤ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਖੜ ਕੇ ਫਿਰ ਇੱਕ ਹੋਰ ਮੰਗ ਕੀਤੀ ਹੈ ਪੰਥ ਦੇ ਕੋਲੋਂ। ਉਹ ਮੰਗ ਕੀ ਸੀ ਕਿ ਸਾਧ ਸੰਗਤ ਗੁਰਸਿੱਖੋ ਪਿਆਰਿਓ, ਅੱਜ ਤੋਂ ਬਾਅਦ ਜੇਕਰ ਤੁਸੀਂ ਆਉਣਾ ਹੈ ਗੁਰੂ ਦਰਬਾਰ, ਠੀਕ ਹੈ, ਤੁਸੀਂ ਰਸਦਾਂ ਲਿਆਉਂਦੇ ਹੋ, ਲੰਗਰ ਪ੍ਰਸ਼ਾਦੇ ਵਾਸਤੇ ਤੁਸੀਂ ਧਨ ਦੌਲਤ ਲਿਆਉਂਦੇ ਹੋ, ਦਸਵੰਧ ਆਪਣਾ ਭੇਟ ਕਰਨ ਦੇ ਲਈ, ਪਰ ਉੱਥੇ ਅੱਜ ਤੋਂ ਬਾਅਦ ਤੁਸੀਂ ਸੋਹਣੀ ਚੰਗੀ ਨਸਲ ਦੇ ਘੋੜੇ ਲੈ ਕੇ ਆਉਣੇ ਨੇ, ਸ਼ਸਤਰ ਲੈ ਕੇ ਆਉਣੇ ਨੇ, ਜਿਹਦੇ 2 ਜਾਂ 3 ਪੁੱਤ ਨੇ, ਇੱਕ ਪੁੱਤ ਸਾਡੇ ਪਾਸ ਭੇਟਾ ਕਰਕੇ ਜਾਣਾ, ਤਾਂ ਜੋ ਫੌਜਾਂ ਤਿਆਰ ਕੀਤੀਆਂ ਜਾਣ, ਜ਼ੁਲਮ ਨੂੰ ਖਤਮ ਕਰਨ ਵਾਸਤੇ ਇੱਕ ਤਾਕਤ ਦੇ ਵਿੱਚ ਵਾਧਾ ਕੀਤਾ ਜਾਏ। ਤੇ ਸਾਧ ਸੰਗਤ ਜਦੋਂ ਇਹ ਐਲਾਨ ਹੋਇਆ, ਢਾਡੀ ਨੱਥਾ ਤੇ ਢਾਡੀ ਅਬਦੁੱਲਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਫਿਰ ਗਾਉਂਦੇ ਵੀ ਨੇ, ਕਿਉਂਕਿ ਅੱਜ ਅਕਾਲ ਤਖਤ ਦੀ ਸਿਰਜਣਾ ਹੋਈ ਦਿੱਲੀ ਦੇ ਤਖਤ ਨਾਲੋਂ ਉੱਚਾ, ਜਿੱਥੇ ਮੀਰੀ ਪੀਰੀ ਦੇ ਮਾਲਕ ਵਕਤ ਦੇ ਉਸ ਬਾਦਸ਼ਾਹ ਦੇ ਨਾਲੋਂ ਉੱਚਾ ਆਸਣ ਲਾ ਕੇ ਸਵਾਇਮਾਨ ਹੋਏ। ਸਤਿਗੁਰੂ ਜੀ ਦੇ ਸੀਸ ਤੇ ਕਲਗੀ ਸੱਜੀ, ਗੁਰੂ ਮਹਾਰਾਜ ਪਾਤਸ਼ਾਹ ਜੀ ਨੇ 2 ਤਲਵਾਰਾਂ ਪਹਿਨੀਆਂ। ਸਹਿਬ ਮਹਾਰਾਜ ਪਾਤਸ਼ਾਹ ਜੀ ਅੱਜ ਸ਼ਾਹੀ ਲਿਬਾਸ ਦੇ ਵਿੱਚ ਸਾਧ ਸੰਗਤ ਉਸ ਆਸਣ ਤੇ ਆ ਕੇ ਜਦੋਂ ਸਵਾਇਮਾਨ ਹੁੰਦੇ ਨੇ ਨਾ, ਤੇ ਢਾਡੀ ਨੱਥਾ ਤੇ ਅਬਦੁੱਲਾ ਨੇ ਫਿਰ ਗਾਇਆ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾ ਕੋਟਗੜ, ਦਰਵਾਜ਼ਾ ਬਲਖ ਬਖੀਰ ਦੀ। ਤੇ ਅਖੀਰ ਦੀ ਪੰਕਤੀ ਵਿੱਚ ਆਖਿਆ, ਪੱਗ ਤੇਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸ਼ਾਨੋ ਸ਼ੌਕਤ ਸ਼ੋਭਾ ਵਡਿਆਈ, ਇੱਜ਼ਤ ਮਾਣ ਸਤਕਾਰ ਸਤਿਗੁਰੂ ਜੀ ਤੁਹਾਡਾ ਹੈ ਇਸ ਦੁਨੀਆ ਦੇ ਅੰਦਰ। ਪੱਗ ਤੇਰੀ ਕੀ ਜਹਾਂਗੀਰ ਦੀ, ਤੇ ਜਹਾਂਗੀਰ ਵਰਗਾ ਕੀ ਬਰਾਬਰੀ ਕਰ ਸਕਦਾ ਸਤਿਗੁਰੂ ਮਹਾਰਾਜ ਜੀ ਤੁਹਾਡੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਿਫਤ ਗਾਈ, ਭਾਵ ਕੀ ਚੜ੍ਹਦੀ ਕਲਾ ਵੀਰ ਰਸ ਦੀਆਂ ਵਾਰਾਂ ਗਾਈਆਂ, ਸਿੰਘਾਂ ਦੇ ਵਿੱਚ ਜੋਸ਼ ਭਰਿਆ। ਉਹਨਾਂ ਸਿੱਖਾਂ ਅੰਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬਹਾਦਰੀ ਦੇ ਜਜ਼ਬੇ ਪੈਦਾ ਕੀਤੇ। ਦਸਤਾਰਾਂ ਸਜਾਉਣ ਦਾ ਹੁਕਮ ਜਾਰੀ ਹੋਇਆ, ਘੋੜ ਸਵਾਰੀਆਂ ਕਰਨ ਦਾ ਹੁਕਮ ਜਾਰੀ ਹੋਇਆ, ਸ਼ਸਤਰ ਰੱਖਣ ਦਾ ਹੁਕਮ ਜਾਰੀ ਹੋਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਐਸੀ ਰਹਿਮਤ ਕੀਤੀ ਹੈ। ਤੇ ਸਾਧ ਸੰਗਤ ਹੁਣ ਵਕਤ ਦੀ ਹਕੂਮਤ ਨੂੰ ਐਸੀ ਚੜ੍ਹਦੀ ਕਲਾ, ਐਸੀ ਇੱਕ ਬਿਲਕੁਲ ਬਰਾਬਰ ਦੀ ਤਾਕਤ ਕਿਵੇਂ ਬਰਦਾਸ਼ਤ ਹੋ ਸਕਦੀ ਸੀ। ਇਸ ਕਰਕੇ ਵਕਤ ਦੀ ਹਕੂਮਤ ਨੇ ਇਸ ਤਾਕਤ ਨੂੰ, ਜੋ ਵੱਧ ਰਹੀ ਤਾਕਤ ਹੈ ਆਉਣ ਵਾਲੇ ਸਮੇਂ ਵਾਸਤੇ, ਸਾਧ ਸੰਗਤ ਇਸ ਰਾਜਨੀਤਿਕ ਤੌਰ ਤੇ ਜੋ ਖਤਰਾ ਪੈਦਾ ਹੋ ਸਕਦੀ ਹੈ, ਤੇ ਇਸ ਤਾਕਤ ਨੂੰ ਖਤਮ ਕਰਨ ਵਾਸਤੇ ਜਹਾਂਗੀਰ ਨੇ ਚਾਲ ਚੱਲੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਕੋਈ ਵਿਚਾਰ ਕਰਨ ਦਾ ਸੱਦਾ ਦਿੱਤਾ ਤੇ ਦਿੱਲੀ ਬੁਲਾਇਆ। ਸ਼ਾਹੀ ਮਹੱਲਾਂ ਵਿੱਚ ਸਾਹਿਬ ਮਹਾਰਾਜ ਜੀ ਦੀ ਕੁਝ ਦਿਨ ਸੇਵਾ ਕੀਤੀ। ਇੱਥੋਂ ਜਹਾਂਗੀਰ ਨੇ ਕਿਹਾ ਕਿ ਗੁਰੂ ਮਹਾਰਾਜ ਆਪ ਕੁਝ ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚ ਰਹੋ, ਅਸੀਂ ਫਿਰ ਤੁਹਾਡੇ ਨਾਲ ਉੱਥੇ ਆ ਕੇ ਮੁਲਾਕਾਤ ਕਰਦੇ ਹਾਂ, ਤੁਹਾਡੇ ਨਾਲ ਕੁਝ ਵਿਚਾਰਾਂ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਸਵਾਰਿਓ ਚਲੇ ਗਏ। ਹੁਣ ਉੱਥੇ ਕੁਝ ਦਿਨਾਂ ਦਾ ਕਹਿ ਕੇ ਤੇ ਜਹਾਂਗੀਰ ਬਾਦਸ਼ਾਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਨਾ ਆਇਆ। ਮਹੀਨੇ ਵੀ ਬਤੀਤ ਹੋ ਗਏ। ਇੱਧਰ ਗੁਰੂ ਮਹਾਰਾਜ ਪਾਤਸ਼ਾਹ ਜੀ ਜਿਵੇਂ ਜਿਸ ਪਰਉਪਕਾਰੀ ਸੁਭਾਅ ਦੇ ਮਾਲਕ ਮੇਰੇ ਗੁਰੂ ਮਹਾਰਾਜ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ, ਤੇ ਸਾਹਿਬ ਜੀ ਨੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਵੇਖਿਆ ਨਾ, ਇੱਥੇ ਬੰਦ ਉਹਨਾਂ ਰਾਜਸੀ ਕੈਦੀਆਂ ਵੱਲ ਵੇਖਿਆ, ਉਹਨਾਂ ਦੀ ਹਾਲਤ ਵੇਖੀ, ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਵੀ ਕੁਝ ਸਮਾਂ ਇਹਨਾਂ ਦੇ ਭਲੇ ਦੇ ਵਾਸਤੇ ਇੱਥੇ ਹੀ ਗੁਜ਼ਾਰਿਆ ਜਾਵੇ। ਤੇ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ ਰਾਜਸੀ ਕੈਦੀਆਂ ਨੂੰ, ਜਿਹੜੇ ਕਦੀ ਹਕੂਮਤ ਦੇ ਖਿਲਾਫ ਬਗਾਵਤ ਦੀ ਆਵਾਜ਼ ਉਠਾਉਣ ਵਾਲੇ ਸਨ, ਤੇ ਇਸ ਕਿਲੇ ਦੇ ਵਿੱਚ ਉਸ ਵਕਤ ਸਾਧ ਸੰਗਤ ਉਹਨਾਂ ਹੀ ਕੈਦੀਆਂ ਨੂੰ ਸਿਰਫ ਨਜ਼ਰਬੰਦ ਕੀਤਾ ਜਾਂਦਾ ਸੀ, ਬੰਦੀ ਬਣਾ ਕੇ ਰੱਖਿਆ ਜਾਂਦਾ ਸੀ,
ਜਿਹੜੇ ਕਿ ਰਾਜਸੀ ਤੌਰ ਤੇ ਕੋਈ ਬਗਾਵਤ ਦੀ ਆਵਾਜ਼ ਉਠਾਉਂਦੇ ਨੇ। ਤੇ ਇੱਥੇ ਇਸ ਕਰਕੇ ਨਜ਼ਰਬੰਦ ਕੀਤਾ ਜਾਂਦਾ ਸੀ ਕਿਉਂਕਿ ਇਹ ਕਿਲ੍ਹਾ ਇਸ ਕਰਕੇ ਵੀ ਦੁਨੀਆ ਦੇ ਵਿੱਚ ਬਦਨਾਮ ਸੀ ਕਿ ਇੱਥੋਂ ਇਸ ਕਿਲੇ ਦੇ ਵਿੱਚੋਂ ਅੱਜ ਤੱਕ ਕੋਈ ਵੀ ਕੈਦੀ ਜਿਉਂਦਾ ਵਾਪਸ ਬਾਹਰ ਨਹੀਂ ਆਇਆ। ਕਿਉਂਕਿ ਗੁਰੂ ਸਵਾਰਿਓ, ਇੱਥੇ ਜਿਹੜਾ ਭੋਜਨ ਦਿੱਤਾ ਜਾਂਦਾ ਸੀ ਉਹਦੇ ਵਿੱਚ ਵੀ ਮਿੱਠਾ ਜ਼ਹਿਰ ਮਿਲਾਇਆ ਜਾਂਦਾ ਸੀ, ਜਿਸ ਨੂੰ ਆਪਾਂ ਸਲੋ ਪੋਇਜ਼ਨ ਕਹਿ ਸਕਦੇ ਹਾਂ। ਉਹ ਭੋਜਨ ਵਿੱਚ ਮਿਲਾ ਕੇ ਦਿੱਤਾ ਜਾਂਦਾ ਸੀ। ਹੌਲੀ ਹੌਲੀ ਅੰਦਰੋਂ ਅੰਦਰ ਸਰੀਰ ਗਲ ਜਾਂਦਾ, ਖਤਮ ਹੋ ਜਾਂਦਾ, ਅੱਡੀਆਂ ਰਗੜਦਾ ਰਗੜਦਾ ਬੰਦਾ ਆਖਿਰਕਾਰ ਉੱਥੇ ਹੀ ਮਰ ਜਾਂਦਾ ਹੈ। ਹਾਲਤ ਬਹੁਤ ਜ਼ਿਆਦਾ ਬਦਤਰ ਸੀ ਇਹਨਾਂ ਕੈਦੀਆਂ ਦੀ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇਹਨਾਂ ਵਾਸਤੇ, ਇਹਨਾਂ ਦੇ ਚੰਗੇ ਭੋਜਨ ਵਾਸਤੇ ਗੁਰੂ ਸਵਾਰਿਓ ਆਪ ਭੋਜਨ ਪ੍ਰਸ਼ਾਦਾ ਛੱਡ ਕੇ ਇੱਕ ਤਰ੍ਹਾਂ ਦੇ ਨਾਲ ਭੁੱਖ ਹੜਤਾਲ ਕੀਤੀ, ਚੰਗੇ ਭੋਜਨ ਦੀ ਮੰਗ ਕੀਤੀ। ਇਹਨਾਂ ਨੂੰ ਆਸ ਬੱਝ ਗਈ ਕਿ ਕੋਈ ਹੈ ਜਿਹੜਾ ਸਾਡੀ ਬਾਂਹ ਫੜਨ ਵਾਲਾ ਆਇਆ ਹੈ। ਜਿਹੜੇ ਇਸ ਗੱਲ ਦੀ ਆਸ ਆਪਣੇ ਮਨੋਂ ਲਾਹ ਹੀ ਚੁੱਕੇ ਸਨ ਕਿ ਅਸੀਂ ਹੁਣ ਜਿਉਂਦੇ ਬਾਹਰ ਜਾਵਾਂਗੇ, ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਇਹਨਾਂ ਦੇ ਅੰਦਰ ਜਿਉਣ ਦੀਆਂ ਆਸਾਂ ਪੈਦਾ ਹੋ ਗਈਆਂ। ਚੰਗੇ ਭੋਜਨ ਦੀ ਮੰਗ ਕੀਤੀ, ਸਾਹਿਬ ਨੇ ਆਪ ਪ੍ਰਸ਼ਾਦਾ ਛੱਡਿਆ। ਭੁੱਖ ਹੜਤਾਲ ਤੇ ਬੈਠੇ ਉਹਨਾਂ ਕੈਦੀਆਂ ਦੀ ਖਾਤਰ ਤੇ ਸਾਧ ਸੰਗਤ ਖਿਆਲ ਕਰਨਾ, ਇਸੇ ਕਿਲੇ ਦਾ ਜਿਹੜਾ ਇੱਕ ਦਰੋਗਾ ਸੀ ਹਰਦਾਸ, ਭਾਈ ਹਰਦਾਸ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਭਿੱਜ ਗਿਆ। ਬੜੀ ਭਾਵਨਾ ਸ਼ਰਧਾ ਨਾਲ ਗੁਰੂ ਮਹਾਰਾਜ ਜੀ ਦੀ ਉਹ ਸੇਵਾ ਕਰਦਾ ਹੁੰਦਾ ਸੀ, ਰੋਜ਼ ਦਰਸ਼ਨ ਕਰਨ ਲੱਗ ਪਿਆ। ਜਦੋਂ ਵੇਖਿਆ ਸਤਿਗੁਰੂ ਜੀ ਨੇ ਪ੍ਰਸ਼ਾਦਾ ਤਿਆਗਿਆ ਤੇ ਇਹ ਆਪਣੇ ਘਰ ਤੋਂ ਚੰਗਾ ਪ੍ਰਸ਼ਾਦਾ ਬਣਾ ਕੇ ਗੁਰੂ ਮਹਾਰਾਜ ਜੀ ਦੇ ਵਾਸਤੇ ਲੈ ਕੇ ਆਇਆ। ਸਾਹਿਬ ਜੀ ਨੇ ਉਹ ਪ੍ਰਸ਼ਾਦਾ ਛਕਣ ਤੋਂ ਨਾ ਕਰ ਦਿੱਤੀ ਕਿ ਹਰਦਾਸ, ਅਸੀਂ ਉਹਨਾਂ ਕੈਦੀਆਂ ਦੇ ਨਾਲ ਹੀ ਪ੍ਰਸ਼ਾਦਾ ਛਕਾਂਗੇ। ਜਿਹੋ ਜਿਹਾ ਪ੍ਰਸ਼ਾਦਾ ਉਹਨਾਂ ਵਾਸਤੇ ਜਦੋਂ ਤੱਕ ਚੰਗਾ ਨਹੀਂ ਆਉਂਦਾ ਉਦੋਂ ਤੱਕ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਆਖਿਰਕਾਰ ਸਾਧ ਸੰਗਤ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਹ ਮੰਗ ਸਵੀਕਾਰ ਕੀਤੀ ਗਈ। ਸਾਰੇ ਕੈਦੀ ਖੁਸ਼ ਹੋ ਗਏ, ਚੰਗਾ ਭੋਜਨ ਮਿਲਣ ਲੱਗ ਗਿਆ, ਜਿਉਣ ਦੀਆਂ ਆਸਾਂ ਪੈਦਾ ਹੋ ਗਈਆਂ। ਸਾਹਿਬ ਜੀ ਦੀ ਹਜ਼ੂਰੀ ਵਿੱਚ ਰੋਜ਼ਾਨਾ ਦੀਵਾਨ ਸੱਜਣ ਲੱਗ ਗਏ। ਇੱਕ ਤਰ੍ਹਾਂ ਦੇ ਨਾਲ ਗੁਰੂ ਸਵਾਰਿਓ, ਜਿਵੇਂ ਬਾਣੀ ਦੇ ਬਚਨ ਆਪਾਂ ਪੜ੍ਹਦੇ ਆ ਨਾ, ਤਹ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਇਹ ਜੇਲ੍ਹ ਵੀ ਜਿਹੜੀ ਸੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਸ ਗਵਾਲੀਅਰ ਦੇ ਕਿਲੇ ਨੂੰ ਵੀ, ਜਿੱਥੇ ਸਿਰਫ ਮੌਤ ਹੀ ਮਿਲਦੀ ਸੀ, ਉਹਨੂੰ ਸਵਰਗ ਬਣਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੇ ਐਸੀ ਕਿਰਪਾ ਕਰ ਦਿੱਤੀ, ਜਿਵੇਂ ਸਵਰਗ ਦੇ ਵਿੱਚ ਉਹ ਸਾਰੇ ਇਕੱਤਰਿਤ ਹੋ ਕੇ ਅੱਜ ਬੈਠੇ ਨੇ, ਪਰਮਾਤਮਾ ਅਕਾਲ ਪੁਰਖ ਦੀ ਸਿਫਤ ਸਲਾਹ ਵਿੱਚ ਜੁੜੇ ਹੋਏ ਨੇ। ਇੱਧਰ ਗੁਰੂ ਸਵਾਰਿਓ ਸ੍ਰੀ ਦਰਬਾਰ ਸਾਹਿਬ ਸੰਗਤਾਂ ਆਉਂਦੀਆਂ ਸਤਿਗੁਰੂ ਦੇ ਦਰਸ਼ਨ ਕਰਨ। ਹੁਣ ਉਹਨਾਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਨਹੀਂ ਹੁੰਦੇ, ਉਹਨਾਂ ਸੰਗਤਾਂ ਦੇ ਵਿੱਚ ਵੀ ਤੜਫ ਹੈ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਦੀ ਤਾਂਘ ਹੈ। ਉਹਨਾਂ ਸੰਗਤਾਂ ਨੇ ਰੋਜ਼ਾਨਾ ਬੇਨਤੀ ਕਰਿਆ ਕਰਨੀ, ਬਾਬਾ ਬੁੱਢਾ ਜੀ, ਸਾਹਿਬ ਜੀ ਦੇ ਦਰਸ਼ਨ ਕਦੋਂ ਹੋਣਗੇ, ਕਦੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਦੇ ਦੀਦਾਰੇ ਹੋਣਗੇ। ਤੇ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਬਚਨ ਕਹੇ ਸਨ, ਤੈਥੋਂ ਓਲੇ ਕਦੇ ਨਾ ਹੋਸਾਂ, ਤੇ ਬਾਬਾ ਬੁੱਢਾ ਜੀ ਦੇ ਮਨ ਅੰਦਰ ਵੀ ਸਾਧ ਸੰਗਤ ਤੇ ਤੜਫ ਸੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਗੁਰੂ ਮਹਾਰਾਜ, ਮੇਰਾ ਤਾਂ ਅੰਦਰ ਤਾਂ ਹੀ ਖਿੜਦਾ ਹੈ ਜਦੋਂ ਸਤਿਗੁਰੂ ਪਾਤਸ਼ਾਹ ਜੀ, ਮੈਂ ਇਹਨਾਂ ਨੇਤਰਾਂ, ਇਹਨਾਂ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਕਰਦਾ, ਬਿਲਕੁਲ ਸਾਹਮਣੇ ਬੈਠਿਆਂ ਤੁਹਾਨੂੰ ਤੱਕਦਾ। ਬਾਬਾ ਬੁੱਢਾ ਜੀ ਨੇ ਬੜੀ ਪਿਆਰੀ ਇੱਕ ਵਿਉਂਤ ਬਣਾਈ। ਗੁਰੂ ਸਵਾਰਿਓ, ਸੰਗਤਾਂ ਇਕੱਠੀਆਂ ਕੀਤੀਆਂ, ਹੱਥ ਵਿੱਚ ਮਸ਼ਾਲ ਫੜੀ, ਜਿਵੇਂ ਇੱਕ ਚੇਤਨਾ ਮਾਰਚ ਆਰੰਭ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੂੰ ਇਕੱਠਿਆਂ ਕਰਕੇ ਮਸ਼ਾਲ ਨਿਸ਼ਾਨ ਸਾਹਿਬ ਫੜ ਕੇ ਪਿੰਡ ਪਿੰਡ ਦੇ ਵਿੱਚ ਜਾ ਕੇ ਗੁਰਬਾਣੀ ਕੀਰਤਨ ਕਰਦਿਆਂ, ਗੁਰੂ ਜਸ ਗਾਉਂਦਿਆਂ ਤੇ ਵਹੀਰਾਂ ਘੱਤ ਲਈਆਂ ਅੱਜ ਗਵਾਲੀਅਰ ਦੇ ਕਿਲੇ ਦੇ ਵੱਲ। ਹਜ਼ਾਰਾਂ ਸੰਗਤਾਂ ਦਾ ਇਕੱਠ ਤੇ ਸਾਧ ਸੰਗਤ ਗਵਾਲੀਅਰ ਦੇ ਕਿਲੇ ਤੱਕ ਪਹੁੰਚ ਗਿਆ ਬਾਬਾ ਬੁੱਢਾ ਜੀ ਦੀ ਅਗਵਾਈ ਦੇ ਵਿੱਚ। ਤੇ ਬਾਬਾ ਬੁੱਢਾ ਜੀ ਦਰਸ਼ਨ ਦੀਦਾਰ ਕਰਨਾ ਚਾਹੁੰਦੇ ਨੇ, ਪਰ
ਉਸ ਵਕਤ ਜੋ ਰਾਜਸੀ ਹੁਕਮ ਸਨ ਕਿ ਸਤਿਗੁਰੂ ਪਾਤਸ਼ਾਹ ਜੀ ਨਾਲ ਕਿਸੇ ਦਾ ਮੇਲ ਨਹੀਂ ਹੋ ਸਕਦਾ, ਕਿਸੇ ਨੂੰ ਮਿਲ ਨਹੀਂ ਦਿੱਤਾ ਜਾ ਸਕਦਾ। ਸਾਰੀਆਂ ਸੰਗਤਾਂ ਨੇ ਕਿਲੇ ਦੀਆਂ ਪਰਿਕਰਮਾ ਕੀਤੀਆਂ, ਗੁਰੂ ਸਵਾਰੇ ਉੱਥੇ ਖੜ ਕੇ ਅਰਦਾਸ ਕੀਤੀ। ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇੱਥੇ ਹੋਣ ਤੇ ਉਹਨਾਂ ਉਸ ਧਰਤੀ ਨੂੰ, ਉਸ ਮਿੱਟੀ ਨੂੰ ਚੁੱਕ ਕੇ ਮਸਤਕ ਨਾਲ ਛੁਹਾਇਆ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਸ ਧਰਤੀ ਤੇ ਚਰਨ ਪਏ ਨੇ। ਇਹ ਆਪਣਾ ਪਿਆਰ ਪ੍ਰਗਟ ਕੀਤਾ, ਭਾਵਨਾ ਪ੍ਰਗਟ ਕੀਤੀ ਸਾਰੀਆਂ ਸੰਗਤਾਂ ਨੇ। ਤੇ ਅੱਜ ਵੀ ਗੁਰੂ ਸਵਾਰਿਓ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਜੋ ਆਰੰਭ ਕੀਤੀ ਹੋਈ ਉਹ ਸ਼ਬਦ ਚੌਂਕੀ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਅੱਜ ਵੀ ਕੱਢੀ ਜਾਂਦੀ ਹੈ। ਦਰਬਾਰ ਸਾਹਿਬ ਜੀ ਦੇ ਦਿਉੜੀ ਤੇ ਆ ਕੇ ਅਰਦਾਸ ਸਮਾਪਤੀ ਹੁੰਦੀ ਹੈ। ਉਹ ਪ੍ਰੇਮ, ਉਹ ਭਾਵਨਾ, ਗੁਰੂ ਦੇ ਦਰਸ਼ਨਾਂ ਦੀ ਉਹ ਤਾਂਘ ਨੂੰ ਪੈਦਾ ਕਰਨ ਵਾਲੀ ਉਹ ਚੌਂਕੀ। ਨਮਸਕਾਰ ਐਸੇ ਗੁਰਸਿੱਖਾਂ ਨੂੰ। ਸੋ ਸਾਧ ਸੰਗਤ, ਇੱਧਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਹਕੂਮਤ ਇਹ ਗੱਲ ਜਾਣਦੀ ਹੈ, ਇਹ ਲੋਕ ਇਹ ਸਮਝਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੇਕਰ ਇਸ ਕਿਲੇ ਤੋਂ ਬਾਹਰ ਆ ਗਏ ਤੇ ਸਾਡੇ ਵਾਸਤੇ ਖਤਰਾ ਹੈ। ਫਿਰ ਸਾਡਾ ਇੱਥੇ ਇਸ ਧਰਤੀ ਦੇ ਬਹੁਤਾ ਲੰਮਾ ਸਮਾਂ ਰਾਜ ਨਹੀਂ ਰਹਿਣਾ। ਇਸੇ ਕਰਕੇ ਇੱਕ ਹੋਰ ਚਾਲ ਚੱਲੀ ਚੰਦੂ ਦੇ ਬੇਟੇ ਦੇ ਰਾਹੀਂ, ਚੰਦੂ ਦੇ ਪੁੱਤਰ ਦੇ ਰਾਹੀਂ ਸਾਧ ਸੰਗਤ ਇੱਕ ਐਸਾ ਚੋਲਾ ਭੇਜਿਆ ਜਿਹਦੀਆਂ ਤੰਦਾਂ ਦੇ ਵਿੱਚ ਜ਼ਹਿਰ ਸੀ, ਉਹਦੇ ਤਾਗਿਆਂ ਦੇ ਵਿੱਚ ਜ਼ਹਿਰ ਸੀ ਕਿ ਸਰੀਰ ਨੂੰ ਪਸੀਨਾ ਆਵੇ, ਇਹ ਜ਼ਹਿਰ ਸਰੀਰ ਦੇ ਅੰਦਰ ਰਸ ਜਾਏ। ਜਿਹੜਾ ਇਹ ਚੋਲਾ ਪਹਿਨੇਗਾ ਤੇ ਉਸ ਦੀ ਇਸ ਜ਼ਹਿਰ ਦੇ ਨਾਲ ਮੌਤ ਹੋ ਜਾਏ। ਸਾਧ ਸੰਗਤ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਸੱਚ ਪਤਾ ਲੱਗਾ। ਸਾਹਿਬ ਜੀ ਨੇ ਇਹ ਚੋਲਾ ਵੀ ਪਹਿਨਣ ਤੋਂ ਇਨਕਾਰ ਕਰ ਦਿੱਤਾ। ਦਰੋਗਾ ਹਰਦਾਸ ਗੁਰੂ ਸਵਾਰਿਓ ਇਹਨਾਂ ਗੱਲਾਂ ਕਰਕੇ ਬਹੁਤ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨੇੜੇ ਸੀ। ਇਹ ਹਮੇਸ਼ਾ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹੀ ਅਰਦਾਸਾਂ ਕਰਦਾ ਸੀ ਕਿ ਸਤਿਗੁਰੂ ਮਹਾਰਾਜ ਜੀ ਰਿਹਾ ਹੋਣ, ਹੋਰਨਾਂ ਦੇ ਉੱਪਰ ਪਰਉਪਕਾਰ ਕਰਨ। ਦੁਨੀਆ ਨੂੰ ਤਾਰਨ ਵਾਲੇ ਗੁਰੂ ਮਹਾਰਾਜ ਪਾਤਸ਼ਾਹ ਕਿਸੇ ਨਾ ਕਿਸੇ ਤਰੀਕੇ ਇਸ ਕਿਲੇ ਦੇ ਵਿੱਚੋਂ ਬਾਹਰ ਚਲੇ ਜਾਣ। ਪਰ ਇੱਧਰ ਜਹਾਂਗੀਰ ਸਾਧ ਸੰਗਤ ਬੇਚੈਨ ਹੋਣ ਲੱਗ ਪਿਆ। ਰਾਤ ਨੂੰ ਘਬਰਾਹਟ ਦੇ ਵਿੱਚ ਉੱਠਦਾ, ਸੁਪਨੇ ਦੇ ਵਿੱਚ ਇਹਨੂੰ ਬੱਬਰ ਸ਼ੇਰ ਦਿਖਾਈ ਦਿੰਦੇ ਆ, ਜਿਵੇਂ ਛਾਤੀ ਦੇ ਉੱਪਰ ਸ਼ੇਰ ਆ ਗਿਆ। ਇਤਿਹਾਸਕਾਰ ਲਿਖਦੇ ਬਾਬਾ ਬਿਧੀ ਚੰਦ ਜੀ, ਕੁਝ ਹੋਰ ਸਿੱਖ ਕਿਲੇ ਦੇ ਵਿੱਚ ਜਾ ਕੇ ਇਸ ਜਹਾਂਗੀਰ ਦੇ ਦਰਬਾਰ ਦੇ ਵਿੱਚ ਜਾ ਕੇ ਨਾ, ਸ਼ਾਹੀ ਮਹੱਲਾਂ ਵਿੱਚ, ਤੇ ਉਸ ਨੂੰ ਰਾਤ ਨੂੰ ਜਾ ਕੇ ਡਰਾ ਕੇ ਆਉਂਦੇ ਸਨ। ਤੇ ਜਹਾਂਗੀਰ ਦੇ ਮਨ ਅੰਦਰ ਐਸਾ ਖੌਫ ਪੈਦਾ ਹੋ ਗਿਆ ਕਿ ਮੈਂ ਮਰ ਜਾਵਾਂਗਾ, ਮੇਰਾ ਹੁਣ ਬਚਾ ਨਹੀਂ ਹੈ। ਉਹ ਇਸੇ ਘਬਰਾਹਟ, ਇਸੇ ਖੌਫ ਦੇ ਕਰਕੇ ਇੱਕ ਤਰ੍ਹਾਂ ਦਾ ਰੋਗੀ ਬਣ ਗਿਆ। ਆਪਣੇ ਸ਼ਾਹੀ ਹਕੀਮ ਨੂੰ ਪੁੱਛਦਾ, ਵਜ਼ੀਰ ਖਾਨ ਨੂੰ, ਕੋਈ ਇਲਾਜ ਕਰ ਦਿਓ। ਸ਼ਾਹੀ ਹਕੀਮ ਨੇ ਨਾ ਕਰ ਦਿੱਤੀ, ਕਹਿੰਦੇ ਕੋਈ ਇਲਾਜ ਨਹੀਂ ਹੈ। ਸਾਈਂ ਮੀਆਂ ਮੀਰ ਜੀ, ਰੱਬ ਦੇ ਪਿਆਰਿਆਂ ਨੂੰ, ਰੱਬ ਦੇ ਫਕੀਰਾਂ ਨੂੰ ਬੁਲਾਇਆ ਗਿਆ ਤੇ ਸਾਈਂ ਮੀਆਂ ਮੀਰ ਜੀ ਨੇ ਇੱਕੋ ਗੱਲ ਆਖੀ, ਜਹਾਂਗੀਰ ਤੇਰਾ ਇਲਾਜ ਇਸੇ ਗੱਲ ਦੇ ਵਿੱਚ ਹੈ ਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਕਰ ਦੇ। ਬੇਦੋਸ਼ੀਆਂ ਨੂੰ ਤੂੰ ਨਜ਼ਰਬੰਦ ਕਰਕੇ ਰੱਖਿਆ, ਤੂੰ ਕੈਦ ਕਰਕੇ ਰੱਖਿਆ, ਉਹਨਾਂ ਦਾ ਕੋਈ ਗੁਨਾਹ ਨਹੀਂ, ਕੋਈ ਦੋਸ਼ ਨਹੀਂ, ਇਸੇ ਕਰਕੇ ਤੂੰ ਰੋਗੀ ਹੋ ਗਿਆ। ਤੇ ਤੇਰਾ ਇਲਾਜ ਇਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਕਿਲੇ ਵਿੱਚੋਂ ਰਿਹਾ ਕਰ। ਜਹਾਂਗੀਰ ਮੰਨ ਗਿਆ, ਰਿਹਾਈ ਦੇ ਹੁਕਮ ਦਿੱਤੇ। ਫਰਮਾਨ ਪਹੁੰਚਿਆ ਸਾਧ ਸੰਗਤ ਕਿਲੇ ਦੇ ਵਿੱਚ, ਪਰ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਰਿਹਾਈ ਦੀ ਖਬਰ ਸੁਣ ਕੇ ਸਾਰੇ ਕੈਦੀ ਸਤਿਗੁਰੂ ਦੇ ਚਰਨੀ ਟਹਿ ਪਏ। ਵੇਖੋ ਸਤਿਗੁਰੂ ਪਾਤਸ਼ਾਹ ਜੀ ਦਾ ਪਰਉਪਕਾਰ। ਸਾਧ ਸੰਗਤ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਐਸਾ ਸੁਭਾਅ ਹੈ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ। ਕੈਦੀ ਕਹਿਣ ਲੱਗੇ, ਸਾਹਿਬ ਜੀ, ਜਿਉਣ ਦੀਆਂ ਆਸਾਂ ਮਨ ਵਿੱਚ ਜਗਾ ਕੇ ਆਪ ਤੁਰ ਚੱਲੇ ਹੋ ਇੱਥੋਂ, ਸਾਡਾ ਕੀ ਬਣੇਗਾ? ਅਸੀਂ ਤਾਂ ਫਿਰ ਉਸੇ ਮੌਤ ਨੂੰ ਯਾਦ ਕਰਕੇ ਤੇ ਇੱਥੇ ਹੀ ਮਰ ਜਾਵਾਂਗੇ, ਖਤਮ ਹੋ ਜਾਵਾਂਗੇ। ਸਾਡੇ ਨਾਲ ਤੇ ਉਹੀ ਕੁਝ ਬੀਤਣਾ ਜੋ ਪਹਿਲਾਂ ਸੀ। ਸਤਿਗੁਰੂ ਜੀ, ਤੁਸੀਂ ਨਾ ਜਾਓ। ਗੁਰੂ ਪਾਤਸ਼ਾਹ ਜੀ ਨੇ ਫਰਮਾਨ ਵਾਪਸ ਮੋੜ ਦਿੱਤਾ ਵੀ ਅਸੀਂ ਕਿਲੇ ਵਿੱਚੋਂ ਬਾਹਰ ਨਹੀਂ ਆਉਣਾ। ਇੱਕ ਸ਼ਰਤ ਹੈ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹ ਕਿਹਾ ਕਿ ਅਸੀਂ
ਬਾਕੀ ਕੈਦੀਆਂ ਦੇ ਨਾਲ ਬਾਹਰ ਆਵਾਂਗੇ ਜੇ ਤੁਸੀਂ ਸਾਨੂੰ ਰਿਹਾ ਕਰਨਾ ਚਾਹੁੰਦੇ ਹੋ, ਤੇ ਬਾਕੀਆਂ ਕੈਦੀਆਂ ਨੂੰ ਵੀ ਸਾਰਿਆਂ ਨੂੰ ਰਿਹਾ ਕਰੋ। ਜਹਾਂਗੀਰ ਨੇ ਕਹਿ ਦਿੱਤਾ, ਕਿਉਂਕਿ ਉਹਦੇ ਅੰਦਰ ਖੌਫ ਸੀ, ਡਰ ਸੀ, ਉਹ ਠੀਕ ਹੋਣਾ ਚਾਹੁੰਦਾ ਸੀ। ਤੇ ਜਹਾਂਗੀਰ ਨੇ ਕਹਿ ਦਿੱਤਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੱਲਾ ਫੜ ਕੇ, ਲੜ ਫੜ ਕੇ ਜਿਹੜਾ ਬਾਹਰ ਆ ਜਾਏਗਾ ਉਹਨੂੰ ਰਿਹਾ ਕਰ ਦਿੱਤਾ ਜਾਏਗਾ। ਉਸ ਵਕਤ ਦਰੋਗੇ ਹਰਦਾਸ ਦੇ ਰਾਹੀਂ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ 52 ਕਲੀਆਂ ਵਾਲਾ ਚੋਲਾ ਮੰਗਵਾਇਆ। ਇਹ ਚੋਲਾ ਜਿਹਦੀਆਂ 52 ਕਲੀਆਂ ਹਨ, ਸਾਹਿਬ ਜੀ ਨੇ ਪਹਿਨਿਆ, ਕਿਉਂਕਿ 52 ਰਿਆਸਤਾਂ ਦੇ ਰਾਜੇ, ਉਹੀ ਰਿਆਸਤਾਂ ਦੇ ਰਾਜੇ ਸਾਧ ਸੰਗਤ ਦੀ ਯਾਦ ਕਰਕੇ ਵੇਖੋ, 22 ਧਾਰ ਦੇ ਰਾਜੇ ਉਹਨਾਂ ਦੇ ਪੁੱਤ ਪੋਤਰੇ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਐਡਾ ਵੱਡਾ ਪਰਉਪਕਾਰ ਉਹਨਾਂ ਦੇ ਦਾਦੇ ਪੜਦਾਦਿਆਂ ਦੇ ਉੱਪਰ ਕੀਤਾ, ਪਰ ਉਹੀ ਜਿਹੜੇ ਪੁੱਤ ਪੋਤਰੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਖਿਲਾਫ ਜੰਗਾਂ ਲੜਦੇ ਰਹੇ। ਪਰ ਸਤਿਗੁਰੂ ਦਾ ਸੁਭਾਅ ਐਸਾ ਹੈ, ਸਾਹਿਬ ਮਹਾਰਾਜ ਪਾਤਸ਼ਾਹ ਜੀ ਕਦੇ ਵੀ ਇਸ ਵਿਚਾਰ ਵਾਲੇ ਨਹੀਂ। ਸਾਹਿਬ ਜੀ ਤਾਂ ਸਦਾ ਪਰਉਪਕਾਰ ਕਰਦੇ ਨੇ, ਚਾਹੇ ਕੋਈ ਵੀ ਉਹਨਾਂ ਦੀ ਸ਼ਰਨ ਵਿੱਚ ਆਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਸਤਿਗੁਰੂ ਤਾਂ ਪਰਉਪਕਾਰ ਕਰਨ ਵਾਲੇ ਨੇ। ਗੁਰੂ ਮਹਾਰਾਜ ਪਾਤਸ਼ਾਹ ਜੀ ਨੇ 52 ਕਲੀਆਂ ਵਾਲਾ ਗੁਰੂ ਸਵਾਰਿਓ ਚੋਲਾ ਪਹਿਨਿਆ। ਇੱਕ ਇੱਕ ਕਲੀ ਸਾਰੇ ਉਹਨਾਂ ਰਾਜਿਆਂ ਨੇ, ਕੈਦੀਆਂ ਨੇ ਫੜੀ, ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਬੰਦੀ ਛੋੜ ਦਾਤਾ ਜੀ ਅੱਜ ਇਸ ਕਿਲੇ ਵਿੱਚੋਂ ਰਿਹਾ ਹੋਏ। ਅਨੇਕਾਂ ਨੂੰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਮੁਕਤ ਕਰਵਾਇਆ ਆਪਣੇ ਨਾਲ, ਕਿਉਂਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਐਸੇ ਹਨ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੇ ਅੱਜ ਦੇ ਦਿਨ ਸਤਿਗੁਰੂ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਸਾਧ ਸੰਗਤ ਰਿਹਾ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ, ਤੇ ਸਾਹਿਬ ਮਹਾਰਾਜ ਜੀ ਦੇ ਆਉਣ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਦੇਸੀ ਘਿਓ ਦੇ ਦੀਵੇ ਜਗਾਏ, ਦੀਪਮਾਲਾ ਕੀਤੀ। ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਲੀਆਂ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆ ਕੇ ਸਾਹਿਬ ਜੀ ਦੀ ਕਿਰਪਾ ਅਸੀਸ ਨਾਲ ਝੋਲੀਆਂ ਭਰੀਆਂ, ਖੁਸ਼ੀਆਂ ਮਨਾਈਆਂ। ਮੇਰੇ ਮਹਾਰਾਜ ਪਾਤਸ਼ਾਹ ਜੀ ਗੁਰੂ ਸਵਾਰਿਓ ਐਸਾ ਪਰਉਪਕਾਰ ਕਰਕੇ ਸੰਸਾਰ ਦੇ ਵਿੱਚ ਐਸੀਆਂ ਰਹਿਮਤਾਂ ਕਰਕੇ ਗਏ ਨੇ। ਅਸੀਂ ਚੇਤੇ ਕਰੀਏ ਮੇਰੇ ਮਹਾਰਾਜ ਪਾਤਸ਼ਾਹ ਜੀ ਦੇ ਇਹਨਾਂ ਪਰਉਪਕਾਰਾਂ ਨੂੰ, ਕਿਉਂਕਿ ਅੱਜ ਦੇਖਿਆ ਜਾਵੇ ਬਹੁਤ ਪ੍ਰਕਾਰ ਦੇ ਬੰਧਨ ਨੇ, ਬੜੇ ਪ੍ਰਕਾਰ ਦੀਆਂ ਜੰਜੀਰਾਂ ਨੇ ਸਾਨੂੰ ਘੇਰਿਆ ਪਿਆ। ਵਿਕਾਰ, ਮਨਮਤ, ਕਰਮਕਾਂਡ, ਪਖੰਡ, ਬਹੁਤ ਕੁਝ ਹੈ ਸਾਧ ਸੰਗਤ ਜਿਨ੍ਹਾਂ ਬੰਧਨਾਂ ਦੇ ਵਿੱਚ ਅੱਜ ਅਸੀਂ ਪਏ ਹੋਏ ਹਾਂ। ਨਸ਼ੇ ਵੀ ਬੰਧਨ ਨੇ, ਪਤਿਤ ਪੁਣਾ ਵੀ ਬੰਧਨ ਹੈ। ਗੁਰੂ ਤੋਂ ਬੇਮੁਖ ਹੋ ਕੇ ਅਸੀਂ ਆਪਣਾ ਜੀਵਨ ਬਰਬਾਦ ਕਰਦੇ ਪਏ ਹਾਂ। ਗੁਰੂ ਮਹਾਰਾਜ ਜੀ ਦਾ ਪੱਲਾ ਫੜ ਲਈਏ ਸਾਧ ਸੰਗਤ, ਤੇ ਆਜ਼ਾਦ ਹੋ ਜਾਵਾਂਗੇ, ਮੁਕਤ ਹੋ ਜਾਵਾਂਗੇ। ਗੁਰੂ ਦੇ ਲੜ ਲੱਗ ਜਾਈਏ ਤੇ ਐਸੇ ਕਰਮ ਕਾਂਡਾਂ, ਪਖੰਡਾਂ, ਭਰਮਾਂ ਵਿੱਚੋਂ ਨਿਕਲ ਕੇ ਮੇਰੇ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਜਾਵਾਂਗੇ। ਗੁਰੂ ਸਵਾਰਿਓ ਸਾਹਿਬ ਕਿਰਪਾ ਕਰਨ। ਐਸੇ ਪਰਉਪਕਾਰੀ ਸਤਿਗੁਰੂ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਈਏ। ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।